Good morning, students. In this lecture, we will learn about the basmati rice under agronomic kharif crops. So, basmati rice, first of all, climatic requirements की होनी चाहिए है prolonged sunshine, high humidity, and water supply should be there. Basmati rice are superior in quality, and the high temperature during grain filling period reduce the cooking and eating quality features. So rotation के हैगी आ बासमती राइस ਦੀ wheat sunflower ਨਾਲ हैगी आ बासमती राइस wheat समर मूंग ਨਾਲ भी हैगी आ या फिर मैंथा ਨਾਲ है ਜਾਂ ਅਸੀਂ बासमती राइस दैन बरसीम भी बोल पी सकते हैं बासमती राइस सैलरी और बाजरा भी हो सकता है तो DS DBR पोटैटो और मैंथा भी हो सकता है ਜਿਹੜੀਆਂ ਫੋਟੋ ਪੀਰੀਓਡਿਕ ਸੈਂਸਿਟਿਵ ਵੈਰਾਈਟੀਜ਼ ਹੈਗੀਆਂ ਜਿਹੜੀਆਂ ਜਿਹਦੇ ਵਾਸਤੇ ਸ਼ਾਰਟ ਡੇ ਲੈਂਥ ਚਾਹੀਦੀ ਹੈਗੀ ਆ ਉਹੀ ਪੰਜਾਬ ਬਾਸਮਤੀ 5 ਜਿਹੜੀ ਰਿਕਮੈਂਡਡ ਸੀਗੀ 17 ਦੇ ਵਿੱਚ 4 ਵੀ 17 ਚ ਸੀ CSR 30 ਚ ਸੀ ਪੰਜਾਬ ਬਾਸਮਤੀ 3 13 ਦੇ ਵਿੱਚ ਸੀ ਪੰਜਾਬ ਬਾਸਮਤੀ 2 ਬਾਸਮਤੀ 386 ਬਾਸਮਤੀ 370 ਸੋ ਫੋਟੋ ਪੀਰੀਓਡਿਕ ਇਨਸੈਂਸਿਟਿਵ ਵੈਰਾਈਟੀਜ਼ ਜਿਹੜੀਆਂ ਹੈਗੀਆਂ ਫਲਾਵਰਿੰਗ ਜਿਹੜੀ ਹੈਗੀ ਆ ਉਹ ਅਨਫੈਕਟਡ ਬਾਏ ਦਾ ਡੇ ਲੈਂਥ ਹੁੰਦੀ ਹੈ ਇਹਨਾਂ ਵਿੱਚ ਵੀ ਪੂਸਾ ਬਾਸਮਤੀ 17 18 ਹੈਗੀ ਆ ਪੂਸਾ ਬਾਸਮਤੀ ਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਹੀ ਵੈਰਾਈਟੀਜ਼ ਇਹਦੇ ਵਿੱਚ ਹੈਗੀਆਂ 1637 51509 ਐਂਡ 1121 ਹੈਗੇ ਅਗਰੈਨੋਮਿਕ ਪ੍ਰੈਕਟਿਸਿਸ ਹੈਗੀਆਂ ਇਹਦੇ ਵਿੱਚ ਅਨਪਡਲ ਡਾਇਰੈਕਟ ਸੀਡਡ ਬਾਸਮਤੀ ਵੀ ਹੈਗੀ ਆ ਜਿਹਦੇ ਵਿੱਚ ਅਸੀਂ ਕੀ ਕਰਨਾ ਹੈਗਾ ਡਾਇਰੈਕਟ ਸੀਡਡ ਬਾਸਮਤੀ ਕਰਨੀ ਹੈਗੀ ਇਹਦੇ ਵਿੱਚ ਕੱਦੂ ਨਹੀਂ ਕਰਨਾ ਹੈਗਾ ਸੋ ਇਹਦੇ ਵਿੱਚ ਸੂਟੇਬਲ ਸੋਇਲ ਐਂਡ ਐਗਰੋਨੋਮਿਕ ਪ੍ਰੈਕਟਿਸਿਸ ਹੋਣੀਆਂ ਚਾਹੀਦੀਆਂ ਜਿੱਦਾਂ ਲੇਜ਼ਰ ਲੈਵਲਿੰਗ ਕਰਨੀ ਹੈਗੀ ਫੀਲਡ ਪ੍ਰੈਪਰੇਸ਼ਨ ਹੋਣੀ ਸੀਡ ਰੇਟ ਮੈਥਡ ਆਫ ਸੋਇੰਗ ਸਾਰਾ ਵੀਡ ਕੰਟਰੋਲ ਇਰੀਗੇਸ਼ਨ ਜੋ ਅਸੀਂ ਬਾਕੀਆਂ ਦੇ ਬਾਕੀ ਕ੍ਰੌਪਸ ਲਈ ਪੜ੍ਹਿਆ ਹੈਗਾ ਉਹਦੇ 'ਚ ਸੂਟੇਬਲ ਵਰਾਇਟੀ ਜਿਹੜੀ ਹੈਗੀ ਆ ਪੂਸਾ ਬਾਸਮਤੀ 1121 ਹੈਗੀ ਆ ਅਤੇ ਪੂਸਾ ਬਾਸਮਤੀ 1509 ਹੈਗੀ ਆ ਇਹ ਔਰ ਜਿਹੜੀ ਇਹ ਹੈਗੀ ਆ ਡਾਇਰੈਕਟ ਸੀਡਡ ਬਾਸਮਤੀ ਰਾਈਸ ਵਾਸਤੇ DSBR ਸੋ ਜਿਹੜਾ ਸੋਇੰਗ ਟਾਈਮ ਹੈਗਾ ਉਹ 15 ਤੋਂ 30 ਜੂਨ ਤੱਕ ਹੁੰਦਾ ਹੈ ਅਤੇ ਫਰਟੀਲਾਈਜ਼ਰ ਅਸੀਂ 54 ਕਿਲੋ ਯੂਰੀਆ ਪਾਉਣਾ ਹੈਗਾ ਪਰ ਏਕੜ ਅਤੇ ਇਨ 3 ਇਕੁਅਲ ਸਪਲਿਟਸ ਦੇ ਵਿੱਚ ਪਾਉਣਾ ਹੈਗਾ ਇਕੱਠਾ ਨਹੀਂ ਪਾ ਦੇਣਾ ਹੈਗਾ ਤੀਸਰੇ 6ਵੇਂ ਅਤੇ 9ਵੇਂ ਵੀਕ 'ਚ ਪਾਉਣਾ ਹੈਗਾ ਸੋਇੰਗ ਤੋਂ ਬਾਅਦ ਅਤੇ ਫੋਸਫੋਰਸ ਅਤੇ ਪੋਟਾਸ਼ ਜਿਹੜਾ ਹੈਗਾ ਜੇ ਸੋਇਲ ਦਾ ਟੈਸਟ ਕਰਾ ਕੇ ਅਗਰ ਡੈਫੀਸ਼ੀਐਂਸੀ ਹੈਗੀ ਅਤੇ ਤਾਂ ਹੀ ਪਾਉਣਾ ਹੈਗਾ ਸੋ ਫੋਸਫੋਰਸ ਜਿਹੜੀ ਹੈਗੀ ਆ ਡਾਇਰੈਕਟ ਵਰਾਇਟੀਜ਼ ਨੂੰ ਅਸੀਂ ਜਿਹੜੀ ਹੈਗੀ ਰਿਕਮੈਂਡ ਨਹੀਂ ਕਰਦੀ ਪੰਜਾਬ ਯੂਨੀਵਰਸਿਟੀ ਔਰ ਪਡਲਡ ਬਾਸਮਤੀ ਅਗਰ ਤੁਸੀਂ ਪਡਲਡ ਕਰਕੇ ਲਗਾਉਣੀ ਹੈਗੀ ਆ ਅਤੇ ਉਹਦੇ ਵਾਸਤੇ ਅਸੀਂ ਕੀ ਕਰਨੀ ਹੈਗੀ ਆ ਲੈਂਡ ਪ੍ਰੈਪਰੇਸ਼ਨ ਕਰਨੀ ਆ ਸੀਡ ਰੇਟ ਸੀਡ ਟਰੀਟਮੈਂਟ ਮੈਥਡ ਆਫ ਨਰਸਰੀ ਰੇਜ਼ਿੰਗ ਵੀ ਕਰਨੀ ਹੋਏਗੀ ਵੀਡ ਕੰਟਰੋਲ ਜਿਹੜਾ ਹੈਗਾ ਇਹਦੇ ਅੰਡਰ ਆਏਗਾ ਇਹਦੇ ਵਿੱਚ ਸੀਡ ਐਂਡ ਸੀਡਲਿੰਗ ਟਰੀਟਮੈਂਟ ਅਸੀਂ ਕਿੱਦਾਂ ਕਰਨਾ ਹੈਗਾ ਇਹ 'ਚ ਫੁੱਟ ਰੋਟ ਇਜ਼ ਅ ਮੇਜਰ ਡਿਜ਼ੀਜ਼ ਆਫ ਬਾਸਮਤੀ ਠੀਕ ਹੈ ਇਸ ਲਈ ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਪਹਿਲਾਂ ਸੀਡ ਜਿਹੜੇ ਹੈਗੇ ਉਹਨੂੰ ਟਰੀਟਮੈਂਟ ਦੇਵਾਂਗੇ ਸੀਡਲਿੰਗ ਲਈ ਵੀ ਟਰੀਟਮੈਂਟ ਹੋਏਗੀ ਅਤੇ ਉਹਦੇ ਵਾਸਤੇ ਅਸੀਂ ਕੀ ਕਰਨਾ ਹੈਗਾ ਟੈਲਕ ਫਾਊਂਡੇਸ਼ਨ ਫਾਰਮੂਲੇਸ਼ਨ ਬਣਾਉਣੀ ਹੈਗੀ ਆ ਟਰਾਈਕੋਡਰਮਾ ਹਾਰਜ਼ੇਨੀਅਮ ਉਹ ਲੈਣਾ ਹੈਗਾ ਐਟ ਦਾ ਰੇਟ ਆਫ 15 ਗ੍ਰਾਮ ਪਰ kg ਆਫ ਸੀਡ ਇਮੀਡੀਏਟਲੀ ਬਿਫੋਰ ਸੋਇੰਗ ਠੀਕ ਹੈ ਬੀਜਣ ਤੋਂ ਪਹਿਲਾਂ ਹੀ ਪਾਉਣਾ ਹੈਗਾ ਐਂਡ ਸੀਡਲਿੰਗ ਰੂਟ ਡਿਪ ਫੋਰ 6 ਆਵਰਸ ਵਿਦ ਔਰ ਜਿਹੜੀ ਸਾਡੀ ਆਪਾਂ ਪਨੀਰੀ ਤਿਆਰ ਕਰ ਲੈਣੀ ਹੈ ਉਹਨੂੰ ਵੀ 6 ਘੰਟੇ ਲਈ ਟਰਾਈਕੋਡਰਮਾ ਹਰਜ਼ੀਅਨਮ ਦੇ ਵਿੱਚ 15 ਗ੍ਰਾਮ ਪਰ ਲੀਟਰ ਆਫ ਵਾਟਰ 'ਚ ਪਾ ਕੇ ਉਹਦੇ ਵਿੱਚ ਅਸੀਂ ਪਨੀਰੀ ਲਾਉਣ ਤੋਂ ਪਹਿਲਾਂ ਜਿਹੜਾ ਹੈਗਾ ਪਨੀਰੀ ਨੂੰ ਡਿਪ ਕਰਕੇ ਰੱਖਣਾ ਹੈਗਾ 6 ਘੰਟੇ ਵਾਸਤੇ ਅਤੇ ਜਿਹੜੀ ਅਸੀਂ ਨਰਸਰੀ ਸੋਇੰਗ ਕਰਨੀ ਹੈਗੀ ਆ ਅਤੇ ਟਰਾਂਸਪਲਾਂਟਿੰਗ ਟਾਈਮ ਕਰਨਾ ਹੈਗਾ ਮਤਲਬ ਪਨੀਰੀ ਲਾਉਣੀ ਹੈਗੀ ਉਹ ਕਿੱਦਾਂ ਕਰਨੀ ਹੈਗੀ ਟਾਈਮ ਆਫ ਟਰਾਂਸਪਲਾਂਟਿੰਗ ਪੰਜਾਬ ਬਾਸਮਤੀ ਜਿਹੜੀ ਹੈਗੀ ਆ 5 4 3 ਅਤੇ 2 ਅਤੇ ਪੂਸਾ ਬਾਸਮਤੀ 11 21 16 37 ਅਤੇ 17 18 ਜਿਹੜੀ ਹੈਗੀ ਇਹਦਾ ਜਿਹੜਾ ਹੈਗਾ ਟਾਈਮ ਆਫ ਨਰਸਰੀ ਜਿਹੜੀ ਅਸੀਂ ਪਹਿਲਾਂ ਬਣਾਉਣੀ ਮਤਲਬ ਪਨੀਰੀ ਤਿਆਰ ਕਰਨੀ ਜਦੋਂ ਉਹ ਹੈਗਾ ਆ ਫਸਟ ਫੋਰਨਾਈਟ ਆਫ ਜੂਨ ਅਤੇ ਟਾਈਮ ਆਫ ਟਰਾਂਸਪਲਾਂਟ ਜਿਹੜਾ ਹੈਗਾ ਅਸੀਂ ਖੇਤਾਂ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਟਰਾਂਸਪਲਾਂਟਿੰਗ ਕਰਨੀ ਹੈਗੀ ਉਹ ਅਸੀਂ ਫਸਟ ਫੋਰਨਾਈਟ ਆਫ ਜੁਲਾਈ 'ਚ ਕਰਨੀ ਹੈਗੀ ਆ
ਇੱਦਾਂ ਹੀ ਬਾਸਮਤੀ 370, ਬਾਸਮਤੀ 386, 1509 ਜਿਹੜੀ ਹੈਗੀ ਸੈਕਿੰਡ ਫੋਰਨਾਈਟ ਆਫ ਜੂਨ ਕਰਨੀ ਹੈਗੀ, ਅਤੇ ਸੈਕਿੰਡ ਫੋਰਨਾਈਟ ਆਫ ਜੁਲਾਈ ਜਿਹੜੀ ਹੈਗੀ ਇਹਦੀ ਟਰਾਂਸਪਲਾਂਟਿੰਗ ਅਸੀਂ ਕਰ ਦੇਣੀ ਹੈਗੀ ਨਰਸਰੀ ਦੀ। ਅਤੇ ਇਹ ਅਸੀਂ ਜਿਹੜੀ ਨਰਸਰੀ ਜਦੋਂ ਅਸੀਂ ਇਹ ਪਨੀਰੀ ਲਗਾਉਣੀ ਹੈਗੀ ਆ ਤਾਂ ਉਹਦੀ ਏਜ ਆਫ ਸੀਡਲਿੰਗ ਕਿੰਨੀ ਹੋਣੀ ਚਾਹੀਦੀ ਹੈਗੀ ਆ। ਸੀਡਲਿੰਗ ਜਿਹੜੀ ਬਾਸਮਤੀ ਵਰਾਇਟੀ ਦੀ ਹੈਗੀ ਆ ਉਹ ਰੈਡੀ ਫਾਰ ਟਰਾਂਸਪਲਾਂਟਿੰਗ ਵੈਨ ਦੇ ਅਟੇਨ 5 to 6 ਲੀਫ ਸਟੇਜ। 5 to 6 ਲੀਫ ਜਦੋਂ ਆ ਜਾਂਦੇ ਹੈਗੇ ਆ ਤਾਂ ਉਹ ਮੋਸਟਲੀ ਜਿਹੜੇ ਹੈਗੇ ਆ 25 ਤੋਂ 30 ਦਿਨ ਦੇ ਵਿੱਚ ਆ ਜਾਂਦੇ ਹੈਗੇ ਆ। ਅਤੇ ਜਦੋਂ 25 ਤੋਂ 30 ਦਿਨ ਦੀ ਪਨੀਰੀ ਜਿਹੜੀ ਹੈਗੀ ਆ ਤਿਆਰ ਪਨੀਰੀ ਨੂੰ ਅਸੀਂ ਖੇਤਾਂ 'ਚ ਲਗਾਉਣਾ ਹੈਗਾ। ਲੌਂਗਰ ਸਟੇ ਆਫ ਸੀਡਲਿੰਗ ਇਨ ਦਾ ਨਰਸਰੀ ਬੈਡ ਰਿਜ਼ਲਟ ਇਨ ਟੂ ਨੋਡ ਫਾਰਮੇਸ਼ਨ ਵਿਚ ਰਿਡਿਊਸ ਟਿਲਰਿੰਗ ਐਂਡ ਯੀਲਡ ਇਨ ਬਾਸਮਤੀ ਵਰਾਇਟੀਜ਼। ਸੋ ਜਿਹੜੀ 25 ਦਿਨ ਦੀ ਸੀਡਲਿੰਗ ਹੀ ਅਸੀਂ ਪੂਸਾ ਬਾਸਮਤੀ ਦੀ ਜਿਹੜੀ ਹੈਗੀ ਆ ਲਗਾਉਣੀ ਹੈਗੀ ਆ। ਅਤੇ ਉਸ ਤੋਂ ਬਾਅਦ ਟਰਾਂਸਪਲਾਂਟਿੰਗ ਦਾ ਮੈਥਡ ਅਸੀਂ ਕੀ ਕਰਨਾ ਹੈਗਾ ਕਿ ਇਰੀਗੇਟ ਦਾ ਨਰਸਰੀ ਬਿਫੋਰ ਅਪਰੂਟਿੰਗ। ਠੀਕ ਹੈ, ਜਿਹੜੀ ਅਸੀਂ ਨਰਸਰੀ ਬੈਡ 'ਚ ਨਰਸਰੀ ਤਿਆਰ ਕੀਤੀ ਹੋਈ ਹੈ ਉਹਨੂੰ ਪਾਣੀ ਪਹਿਲਾਂ ਲਾਉਣਾ ਹੈਗਾ ਪਨੀਰੀ ਪੱਟਣ ਤੋਂ ਪਹਿਲਾਂ। ਫਿਰ ਉਹਨੂੰ ਵਾਸ਼ ਕਰਨਾ ਹੈਗਾ ਦੈਮ ਟੂ ਰਿਮੂਵ ਦਾ ਮਡ, ਅਤੇ ਥੋੜ੍ਹਾ ਬਹੁਤਾ ਮਡ ਹੈ ਉਹਨੂੰ ਰਿਮੂਵ ਕਰ ਲੈਣਾ ਹੈਗਾ। ਉਸ ਤੋਂ ਬਾਅਦ ਅਸੀਂ 2 ਸੀਡਲਿੰਗ ਜਿਹੜੀਆਂ ਹੈਗੀਆਂ ਪਰ ਹਿੱਲ ਇਨ ਲਾਈਨਸ, ਠੀਕ ਹੈ, ਟਰਾਂਸਪਲਾਂਟ ਅਸੀਂ ਕਰਨੀਆਂ ਹੈਗੀਆਂ ਐਟ 20 × 15 ਸੈਂਟੀਮੀਟਰ, ਮਤਲਬ 20 ਤੋਂ 15 ਸੈਂਟੀਮੀਟਰ ਜਿਹੜੀ ਹੈਗੀ ਆ ਡਿਸਟੈਂਸ 'ਤੇ ਅਸੀਂ ਲਗਾਉਣੀਆਂ ਹੈਗੀਆਂ। ਇਹਦੇ ਵਿੱਚ ਅਸੀਂ ਟੋਟਲ 33 ਹਿਲਸ ਜਿਹੜੀਆਂ ਲੈਣੀਆਂ ਹੈਗੀਆਂ ਸਕੁਏਅਰ ਮੀਟਰ ਡਿਊਰਿੰਗ ਦਾ ਆਪਟੀਮਮ ਪੀਰੀਅਡ ਇਨ ਅ ਵੈਲ ਪਡਲਡ ਫੀਲਡ। ਠੀਕ ਹੈ, ਇਨ ਦਾ ਜਿਹੜੀ ਪਰਲਿੰਗ ਹੋਣੀ ਚਾਹੀਦੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈਗੀ ਆ। ਲੇਟ ਟਰਾਂਸਪਲਾਂਟਡ ਕ੍ਰੋਪ ਦਾ ਸਪੇਸਿੰਗ ਮੇ ਬੀ ਰਿਡਿਊਸਡ। ਅਗਰ ਤੁਸੀਂ ਥੋੜ੍ਹਾ ਟਰਾਂਸਪਲਾਂਟੇਸ਼ਨ ਲੇਟ ਕਰ ਰਹੇ ਹੋ ਤਾਂ ਅਸੀਂ ਜਿਹੜੀ ਡਿਸਟੈਂਸ ਜਿਹੜੀ ਹੈਗੀ ਆ ਉਹਨੂੰ ਘਟਾ ਸਕਦੇ ਹੈਗੇ ਹਾਂ ਟੂ ਮਿਨੀਮਾਈਜ਼ ਦਾ ਰਿਡਕਸ਼ਨ ਇਨ ਯੀਲਡ, ਤਾਂ ਕਿ ਯੀਲਡ 'ਤੇ ਕੋਈ ਅਸਰ ਨਾ ਪਏ। ਅਤੇ ਇਹਦੇ ਵਿੱਚ ਸਾਡੀਆਂ 33 ਦੀ ਜਗ੍ਹਾ 44 ਹਿਲਸ ਯੂਜ਼ ਹੋ ਜਾਣੀਆਂ ਹੈਗੀਆਂ। ਅਤੇ ਫਰਟੀਲਾਈਜ਼ਰ ਅਸੀਂ ਕਿਹੜੀ ਪਾਉਣੀ ਹੈਗੀ ਆ, ਔਰਗੈਨਿਕ ਮੈਨਿਊਰ ਵੀ ਪਾ ਸਕਦੇ ਹੈਗੇ ਆ ਅਤੇ ਕੈਮੀਕਲ ਵੀ ਪਾ ਸਕਦੇ ਆ। ਔਰਗੈਨਿਕ ਜਿਹੜੇ ਹੈਗੇ ਜਦੋਂ ਜੇ ਅਸੀਂ ਮੈਨਿਊਰ ਪਾਈ ਹੈਗੀ ਆ ਤਾਂ ਉਹਦੇ ਵਿੱਚ ਅਸੀਂ ਗਰੀਨ ਮੈਨਿਊਰ ਜਿਹੜੀ ਹੈਗੀ ਪਾ ਸਕਦੇ ਹੈਗੇ ਆ। ਅਤੇ ਜੇ ਗਰੀਨ ਮੈਨਿਊਰ ਪਾਈ ਹੈਗੀ ਫਿਰ ਅਸੀਂ ਯੂਰੀਆ ਨਹੀਂ ਪਾਉਣਾ ਹੈਗਾ ਆ। ਅਤੇ ਇਹਨੂੰ ਅਸੀਂ ਮੈਨਿਊਰ ਕਰਨਾ 45 ਤੋਂ 55 ਡੇ ਓਲਡ ਹਨਸੈਂਪ ਦੇ ਨਾਲ। ਠੀਕ ਹੈ, ਜਾਂ ਡਰੈਂਚੀਆ ਅਸੀਂ ਲੈ ਸਕਦੇ ਹੈਗੇ, ਦੋਨੋਂ ਹੀ ਤੁਹਾਨੂੰ ਪਤਾ ਹੈਗਾ ਫੋਡਰ ਕ੍ਰੋਪਸ ਜਿਹੜੀਆਂ ਹੈਗੀਆਂ ਗਰੀਨ ਕ੍ਰੋਪਸ ਹੈਗੀਆਂ ਸਨਹੈਂਪ ਅਤੇ ਡੈਂਚੀਆ। ਇਹਨੂੰ ਅਸੀਂ ਇਹਦਾ 45 ਤੋਂ 50 ਦਿਨ ਦਾ ਜਿਹੜਾ ਹੈਗਾ ਪੌਦਾ ਹੈਗਾ ਉਹਨੂੰ ਅਸੀਂ ਕ੍ਰਸ਼ ਕਰਕੇ ਖੇਤਾਂ 'ਚ ਪਾ ਸਕਦੇ ਹਾਂ। ਸਮਰ ਮੂੰਗ ਸਟਰੋ ਵੀ ਪਾ ਸਕਦੇ ਹੈਗੇ ਆ ਜੇ ਉਹਦੇ ਵਿੱਚੋਂ ਅਸੀਂ ਪੌਡਸ ਜਿਹੜੀਆਂ ਕੱਢ ਲਈਆਂ ਹੋਈਆਂ। ਅਤੇ ਕੈਮੀਕਲ ਫਰਟੀਲਾਈਜ਼ਰ ਜਿਹੜੀ ਹੈਗੀ ਆ ਉਹਦੇ ਵਾਸਤੇ ਸੋਇਲ ਟੈਸਟ ਪਹਿਲਾਂ ਜ਼ਰੂਰੀ ਹੈਗਾ। ਅਤੇ ਫੋਸਫੋਰਸ ਜਿਹੜੀ, ਕਿਉਂਕਿ ਫੋਸਫੋਰਸ ਨੂੰ ਅਸੀਂ ਮੋਸਟਲੀ ਸਕਿਪ ਹੀ ਕਰਨਾ ਹੈਗਾ ਅਗਰ ਨਹੀਂ ਡੈਫੀਸ਼ੀਐਂਸੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜੀ ਬਾਸਮਤੀ 386 CSR 30 ਅਤੇ 370 ਨੂੰ 18 ਕਿਲੋ ਯੂਰੀਆ ਪਰ ਏਕੜ ਚਾਹੀਦਾ ਹੈਗਾ। ਅਤੇ ਪੰਜਾਬ ਬਾਸਮਤੀ ਜਿਹੜੀ ਹੈਗੀ ਅਤੇ ਪੂਸਾ ਬਾਸਮਤੀ ਦੀਆਂ ਵਰਾਇਟੀਜ਼ ਜਿਹੜੀਆਂ ਇਹਨਾਂ ਨੂੰ 36 ਕਿਲੋ ਯੂਰੀਆ ਪਰ ਏਕੜ ਚਾਹੀਦਾ ਹੈਗਾ। ਇਹ ਸਾਡੀ ਹੋ ਗਈ ਫਰਟੀਲਾਈਜ਼ਰ ਐਪਲੀਕੇਸ਼ਨ। ਉਸ ਤੋਂ ਬਾਅਦ ਅਸੀਂ ਲੀਫ ਚਾਰਟ ਦੇਖਣਾ ਹੈਗਾ। ਲੀਫ ਚਾਰਟ ਦੇ ਵਿੱਚ ਜਦੋਂ ਗਰੀਨਨੈਸ ਜਿਹੜੀ ਹੈਗੀ ਉਹ 6 'ਤੇ ਆ ਜਾਏਗੀ ਅਤੇ 10 ਪੱਤੇ ਨਿਕਲ ਆਉਣਗੇ ਅਤੇ ਉਹਦਾ ਕਲਰ ਜਿਹੜਾ ਹੈਗਾ ਇਹ LCC ਕਾਰਡ ਜਿਹੜਾ PHU LCC ਕਾਰਡ ਸਾਡੇ ਕੋਲ ਆਉਂਦਾ ਉਹਦੀ ਸ਼ੇਡ ਤੋਂ ਲਾਈਟ ਹੋ ਗਿਆ ਤਾਂ ਅਸੀਂ 9 ਕਿਲੋ ਯੂਰੀਆ ਕਰਨਾ ਹੈਗਾ। ਇਹਦੇ ਕਾਰਡ ਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਹੈਗਾ ਯੂਰੀਆ ਅਪਲਾਈ ਕਰ ਸਕਦੇ ਹੈਗੇ ਹਾਂ। ਸੋ ਇਹ ਵਾਲਾ ਕਾਰਡ ਸਾਨੂੰ ਦੇਖਣਾ ਪਏਗਾ। ਉਸ ਤੋਂ ਬਾਅਦ ਇਰੀਗੇਸ਼ਨ ਪਾਣੀ ਕਦੋਂ ਲਾਉਣਾ ਸੀ, ਪਾਣੀ ਅਸੀਂ ਲਾਉਣਾ ਹੈਗਾ ਆ ਕੰਟੀਨਿਊਸਲੀ ਫॉर ਕੀਪ ਦਾ ਵਾਟਰ ਪੌਂਡਡ ਕੰਟੀਨਿਊਸਲੀ ਫॉर 2 ਵੀਕਸ। 2 ਹਫ਼ਤੇ ਲਈ ਪਾਣੀ ਜਿਹੜਾ ਹੈਗਾ ਉਹ ਖੜ੍ਹਾ ਰਹਿਣਾ ਚਾਹੀਦਾ ਹੈਗਾ ਟਰਾਂਸਪਲਾਂਟਿੰਗ ਤੋਂ ਬਾਅਦ। ਅਤੇ ਆਫਟਰਵਰਡ ਅਪਲਾਈ ਇਰੀਗੇਸ਼ਨ 2 days ਆਫਟਰ ਦਾ ਪੌਂਡਡ ਵਾਟਰ ਹੈਜ਼ ਇਨਫਿਲਟਰੇਟਡ ਇਨਟੂ ਦਾ ਸੋਇਲ। ਜਦੋਂ ਪਾਣੀ ਥੋੜ੍ਹਾ ਸਿਮ ਜਾਂਦਾ ਹੈਗਾ ਜਿਹਨੂੰ ਕਹਿੰਦੇ ਹੈਗੇ, ਸਿਮਣ ਤੋਂ ਬਾਅਦ ਅਸੀਂ 2 ਪਾਣੀ ਹੋਰ ਲਾਣੇ ਹੈਗੇ ਆ 2 ਦਿਨ ਤੋਂ ਬਾਅਦ। ਜਦੋਂ ਪਹਿਲਾ ਪਾਣੀ ਜਿਹੜਾ ਸਾਡਾ ਪਡਲਿੰਗ 'ਚ ਜਾਂ ਕੱਦੂ ਵਿੱਚ ਖੜ੍ਹਾ ਹੋਇਆ ਸੀਗਾ ਪਾਣੀ ਉਹਨੂੰ ਅਸੀਂ ਕੀ ਕਰਨਾ ਹੈਗਾ ਥੋੜ੍ਹਾ ਸਿਮ ਗਿਆ ਅਤੇ ਫਿਰ ਅਸੀਂ ਲਗਾਉਣਾ ਹੈਗਾ। ਅਤੇ ਜੋ ਮੋਸਟਲੀ ਜਿਹੜੀ ਕਰੋਪ ਹੈਗੀ ਆ ਉਹਨੂੰ ਜਦੋਂ ਫਲਾਵਰਿੰਗ ਹੋਣੀ ਸ਼ੁਰੂ ਹੁੰਦੀ ਹੈਗੀ ਉਦੋਂ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਅਤੇ ਅਸੀਂ ਕਦੋਂ ਪਾਣੀ ਲਾਉਣਾ ਬੰਦ ਕਰਨਾ ਬਿਫੋਰ ਹਾਰਵੈਸਟਿੰਗ ਟੂ ਫੈਸਿਲਿਟੇਟ ਈਜ਼ੀਅਲ ਹਾਰਵੈਸਟਿੰਗ। ਅਤੇ ਹਾਰਵੈਸਟਿੰਗ ਤੋਂ ਪਹਿਲਾਂ ਪਾਣੀ ਲਾਉਣਾ ਬੰਦ ਕਰ ਦੇਣਾ ਹੈਗਾ।
ਉਸ ਤੋਂ ਬਾਅਦ ਹਾਰਵੈਸਟਿੰਗ ਅਸੀਂ ਥ੍ਰੈਸ਼ਿੰਗ ਕਦੋਂ ਕਰਨੀ ਹੈਗੀ ਆ, ਜਦੋਂ ਫਸਲ ਮੈਚਿਓਰ ਹੋ ਜਾਂਦੀ ਹੈਗੀ ਆ, ਜਦੋਂ ਸਟ੍ਰੋ ਜਿਹੜਾ ਹੈਗਾ ਯੈਲੋ ਹੋ ਜਾਂਦਾ ਹੈਗਾ, ਅਤੇ ਅਸੀਂ ਹਾਰਵੈਸਟਿੰਗ ਔਰ ਥ੍ਰੈਸ਼ਿੰਗ ਕਰਨੀ ਹੈਗੀ ਆ। ਅਗਰ ਡਿਲੇਡ ਹਾਰਵੈਸਟਿੰਗ ਹੈਗੀ ਆ ਤਾਂ ਓਵਰ ਰਾਈਪਨਿੰਗ ਹੋ ਜਾਏਗੀ, ਸ਼ੈਟਰਿੰਗ ਆਫ ਗ੍ਰੇਨਸ ਹੋਣੇ ਸ਼ੁਰੂ ਹੋ ਜਾਣਗੇ, ਦਾਣੇ ਡਿੱਗਣੇ ਹੋਣੇ ਸ਼ੁਰੂ ਕੀਤੇ। ਡਿਲੇ ਆਫ ਥ੍ਰੈਸ਼ਿੰਗ ਜਿਹੜੀ ਹੈਗੀ ਉਹਨੇ ਹਾਈ ਸ਼ੈਟਰਿੰਗ ਲਾਸ ਹੋ ਸਕਦਾ ਹੈ, ਹੈਡ ਰਾਈਸ ਰਿਕਵਰੀ ਐਂਡ ਅਲਟੀਮੇਟਲੀ ਰਿਡਿਊਸ ਦਾ ਮਾਰਕੀਟ ਪ੍ਰਾਈਸ ਅਗਰ ਅਸੀਂ ਲੇਟ ਥ੍ਰੈਸ਼ਿੰਗ ਕਰਾਂਗੇ। ਅਤੇ ਪਲਾਂਟ ਪ੍ਰੋਟੈਕਸ਼ਨ ਦੇ ਵਿੱਚ ਇਨਸੈਕਟ ਪੈਸਟ ਕਿਹੜੇ ਆ, ਸਟੈਮ ਬੋਰਰ ਆਉਂਦੇ ਆ ਜੀ। ਸਟੈਮ ਬੋਰਰ ਜਿਹੜੇ ਹੁੰਦੇ ਹੈਗੇ ਆ ਉਹ ਬਾਸਮਤੀ ਰਾਈਸ ਵਰਾਇਟੀਜ਼ ਹੁੰਦੀਆਂ, ਹਾਈਲੀ ਸਸੈਪਟੀਬਲ ਟੂ ਸਟੈਮ ਬੋਰਰ। ਮੋਸਟਲੀ ਯੈਲੋ ਸਟੈਮ ਬੋਰਰ ਅਤੇ ਵਾਈਟ ਸਟੈਮ ਬੋਰਰ, ਪਿੰਕ ਸਟੈਮ ਬੋਰਰ ਇਹਦੇ ਵਿੱਚ ਆਉਂਦੇ ਹੈਗੇ ਆ ਅਤੇ ਕਾਫੀ ਡੈਮੇਜ ਕਰਦੇ ਹੈਗੇ ਆ। ਜਾਂ ਫਿਰ ਜਿਹੜੇ ਸਟੈਮ ਬੋਰਰ ਹੈਗੇ ਉਹਨੂੰ ਅਸੀਂ ਮੈਨੇਜ ਕਿੱਦਾਂ ਕਰਨਾ, 1000 ml ਚੂਕ ਲੈਣਾ ਹੈਗਾ। ਚੂਕ ਦੇ ਵਿੱਚ ਜਿਹੜਾ ਕੈਮੀਕਲ ਹੁੰਦਾ ਉਹ ਹੈਗਾ ਅਜ਼ਾਰਡੀਰੈਂਸੀਥਿਨ 0.15% ਹੁੰਦਾ ਹੈਗਾ। ਉਸ ਤੋਂ ਬਾਅਦ ਫੇਮ ਯੂਜ਼ ਕਰ ਸਕਦੇ ਆ, ਮੋਟਰ ਕਰ ਸਕਦੇ ਹੈਗੇ ਆ, ਕੋਰਾਜਨ ਕਰ ਸਕਦੇ ਹੈਗੇ ਆ, ਜਾਂ ਫਿਫਨੋਰਿਲ ਵੀ ਕਰ ਸਕਦੇ ਹੈਗੇ ਆ। ਅਤੇ ਕੰਟਰੋਲ ਜਿਹੜਾ ਹੈਗਾ ਫਰਟੈਰਾ ਨਾਲ ਵੀ ਕੰਟਰੋਲ ਸਕਦਾ, ਫੇਮ ਨਾਲ, ਮੋਟਰ ਦੇ ਨਾਲ, ਇਹ ਸਾਰੇ ਜਿਹੜੇ ਕੀੜੇ ਹੈਗੇ ਆ ਇਹ ਖਤਮ ਹੋ ਸਕਦੇ। ਦੂਸਰਾ ਬੋਰਰ ਤੋਂ ਇਲਾਵਾ ਰਾਈਸ ਹਿਸਪਾ ਅਤੇ ਲੀਫ ਫੋਲਡਰ ਵੀ ਇਹਦੇ 'ਚ ਆਉਂਦੇ ਹੈਗੇ ਆ। ਰਾਈਸ ਹਿਸਪਾ ਅਤੇ ਲਾਈਫ ਜੋ ਫੋਲਡਰਸ ਹੈਗੇ ਆ ਇਹਨੂੰ ਵੀ ਅਸੀਂ ਉੱਪਰ ਦਿੱਤੇ ਸਾਰੇ ਕੈਮੀਕਲਸ ਨਾਲ ਕਰ ਸਕਦੇ ਹਾਂ। ਅਤੇ ਫੁੱਟ ਰੋਟ ਜਿਹੜੀ ਹੈਗੀ ਆ ਇਹ ਬਾਸਮਤੀ ਦੀ ਜਿਹੜੀ ਹੈਗੀ ਆ ਮੇਜਰ ਡਿਜ਼ੀਜ਼ ਹੈਗੀ ਆ। ਇਹਦੇ 'ਚ ਕੀ ਹੁੰਦਾ ਹੈਗਾ, ਇਸ ਸੀਡ ਤੋਂ ਹੀ ਸ਼ੁਰੂ ਹੁੰਦੀ ਹੈਗੀ ਆ, ਸੋਇਲ ਬੋਰਨ ਹੁੰਦੀ ਹੈਗੀ ਆ। ਜਿਹੜੀ ਸੀਡਲਿੰਗਸ ਹੁੰਦੀਆਂ ਪੀੜੀਆਂ ਪੈ ਜਾਂਦੀਆਂ ਹੈਗੀਆਂ ਅਤੇ ਔਰ ਕਾਫੀ ਲੰਬੀਆਂ ਹੋ ਜਾਂਦੀਆਂ ਸੀਡਲਿੰਗਸ ਜਿਹੜੀਆਂ ਨਾ। ਅਤੇ ਜਿਹੜੀਆਂ ਸੀਡਲਿੰਗ ਹੁੰਦੀਆਂ ਉਹਦਾ ਬੋਟਮ ਤੋਂ ਇਹ ਡਾਈ ਹੋਣੀਆਂ ਸ਼ੁਰੂ ਕਰ ਦਿੰਦੀਆਂ ਹੈਗੀਆਂ ਅਤੇ ਹੌਲੀ ਹੌਲੀ ਹੋ ਕੇ ਡੈਡ ਹੋ ਜਾਂਦੀਆਂ ਹੈਗੀਆਂ। ਅਤੇ ਮੋਸਟਲੀ ਇਹ ਸਿੰਪਟਮ ਜਿਹੜਾ ਹੈਗਾ ਪਨੀਰੀ ਜਦੋਂ ਲੱਗਦੀ ਹੈਗੀ ਆ ਖੇਤ ਦੇ ਵਿੱਚ ਉਹ ਤੋਂ ਬਾਅਦ ਹੀ ਪਤਾ ਲੱਗਦਾ ਹੈਗਾ। ਅਤੇ ਇਨਫੈਕਟਡ ਪਲਾਂਟ ਜਿਹੜਾ ਹੈਗਾ ਉਹ ਜ਼ਰੂਰਤ ਨਾਲੋਂ ਜ਼ਿਆਦਾ ਵੱਡਾ ਹੋ ਜਾਂਦਾ ਹੈਗਾ ਅਤੇ ਨੋਰਮਲ ਪਲਾਂਟ ਦੇ ਨਾਲੋਂ ਅਤੇ ਕਿਲਡ ਆਫਟਰ ਫਿਊ ਡੇਜ਼। ਫੁੱਟ ਰੋਟ ਮਤਲਬ ਕਿਉਂਕਿ ਜਿਹੜੇ ਨੀਚੋਂ ਜਿਹੜਾ ਪਲਾਂਟ ਹੈ ਗਲਣਾ ਸ਼ੁਰੂ ਹੁੰਦਾ ਹੈਗਾ। ਸੋ ਜਿਹੜੇ ਲੋਅਰ ਨੋਡ 'ਤੇ ਐਡਵੈਂਟੀਸ਼ੀਅਸ ਫਰੂਟਸ ਵੀ ਆ ਜਾਂਦੇ, ਪਿੰਕਿਸ਼ ਗਰੋਥ ਆਫ ਫੰਗਸ ਅਪੀਅਰ ਔਨ ਦਾ ਲੋਅਰ ਸ਼ੀਥ। ਤੋ ਫੰਗਲ ਡਿਜ਼ੀਜ਼ ਹੈਗੀ ਆ। ਅਤੇ ਡਿਜ਼ੀਜ਼ ਜਿਹੜੀ ਹੈਗੀ ਆ ਜੇ ਅਸੀਂ ਉਹਨੂੰ ਰਿਕਮੈਂਡ ਕਰਦੇ ਹੈਗੇ ਸੀਡਸ ਨੂੰ ਵਾਸ਼ਿੰਗ ਕਰਕੇ ਇਹਦੀਆਂ ਅਸੀਂ ਕਰ ਦਈਏ ਤਾਂ ਮੋਸਟਲੀ ਹੁੰਦਾ ਕਿ ਜਿਹੜੀਆਂ ਇਨਫੈਕਟਡ ਸੀਡਲਿੰਗਸ ਹੈਗੀਆਂ ਉਹਨਾਂ ਨੂੰ ਅਸੀਂ ਖੇਤ ਦੇ ਵਿੱਚੋਂ ਬਾਹਰ ਕੱਢਣਾ ਹੁੰਦਾ। ਬਲਾਸਟ ਹੁੰਦੀ ਹੈਗੀ ਆ, ਬਲਾਸਟ ਜਿਹੜਾ ਹੈਗਾ ਪਾਇਰੀਕੁਲੇਰੀਆ ਗਰੀਜ਼ੀਆ ਕਰਕੇ ਹੁੰਦੀ ਹੈਗੀ ਆ। ਅਤੇ ਇਹ ਜਿਹੜੀ ਫੰਗਸ ਹੁੰਦੀ ਹੈਗੀ ਆ ਇਹਨਾਂ ਸਪਿੰਡਲ ਸ਼ੇਪਡ ਸਪੋਟਸ ਬਣਨੇ ਸ਼ੁਰੂ ਹੋ ਜਾਂਦੇ ਆ ਗ੍ਰੇਸ ਸੈਂਟਰ ਅਤੇ ਬਰਾਊਨ ਮਾਰਜਿਨ ਦੇ ਨਾਲ ਲੀਵਸ ਦੇ ਉੱਪਰ, ਅਤੇ ਬਲੈਕ ਲੀਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ। ਅਤੇ ਇਹਦੇ ਨਾਲ ਅਸੀਂ ਮੋਸਟਲੀ ਇਹ ਪੂਸਾ ਬਾਸਮਤੀ 1637 ਦੇ ਵਿੱਚ ਜੋ ਹੈ ਜਿਹੜੀ ਇਹ ਵਰਾਇਟੀ ਹੈਗੇ ਮੋਡਰੇਟਲੀ ਟੋਲਰੈਂਟ ਹੈਗੇ, ਇਹਦੇ ਵਿੱਚ ਘੱਟ ਹੁੰਦੇ ਹੈਗੇ ਆ। ਕੰਟਰੋਲ ਡਿਜ਼ੀਜ਼ ਵਾਸਤੇ ਅਸੀਂ ਐਕਰੇ 2000 ਐਮਿਸਟਾਰ ਟੋਪ ਜਿਹੜਾ ਹੈਗਾ ਉਹਦਾ ਸਪਰੇਅ ਕਰ ਸਕਦੇ ਹੈਗੇ। ਅਤੇ ਬਲਾਸਟ ਤੋਂ ਇਲਾਵਾ ਬੈਕਟੀਰੀਅਲ ਬਲਾਈਟ ਵੀ ਹੁੰਦੀ ਹੈਗੀ, ਮੋਸਟਲੀ ਪੰਜਾਬ ਦੀਆਂ 543 ਵਰਾਇਟੀ 'ਚ ਹੁੰਦੀਆਂ ਹੈਗੀਆਂ। ਅਤੇ ਪੰਜਾਬ ਦੀਆਂ 543 ਅਤੇ ਪੂਸਾ ਬਾਸਮਤੀ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਮੋਸਟ ਆਫ ਦਾ ਪੈਥੋਟਾਈਪਸ ਆਫ ਬੈਕਟੀਰੀਆ ਬਲਾਈਟ ਪੈਥੋਜਨ ਦੀਆਂ ਰੈਜ਼ਿਸਟੈਂਸ ਹੈਗੀਆਂ। ਅਤੇ ਅਦਰ ਪ੍ਰੈਕਟਿਸਿਸ ਟੂ ਕੰਟਰੋਲ ਦਾ ਡਿਜ਼ੀਜ਼ ਆਰ ਸੇਮ ਐਜ਼ ਫਾਰ ਦਾ ਰਾਈਸ। ਸੋ ਦਿਸ ਇਜ਼ ਆਲ ਅਬਾਊਟ ਦਾ ਬਾਸਮਤੀ ਰਾਈਸ, diseases of the rice, and how to produce the direct and the puddled basmati rice in the field. Thank you.